कमल सर के ज्योग्राफी के फंडे अब कभी नहीं आएंगे अंडे। प्यारे विद्यार्थियों, ਅੱਜ ਅਸੀਂ +2 ਭੂਗੋਲ ਪਾਠ ਨੰਬਰ 6 ਆਰਥਿਕ ਭੂਗੋਲ ਨਿਰਮਾਣ ਉਦਯੋਗ ਦੇ ਪ੍ਰਸ਼ਨ ਉੱਤਰ ਕਰਨ ਜਾ ਰਹੇ ਹਾਂ। ਪਹਿਲਾ ਪ੍ਰਸ਼ਨ ਹੈ, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਵਾਕ ਵਿੱਚ ਦਿਓ। ਪਹਿਲਾ ਪ੍ਰਸ਼ਨ ਹੈ, ਨਿਰਮਾਣ ਉਦਯੋਗ ਆਰਥਿਕਤਾ ਦੇ ਕਿਹੜੇ ਖੇਤਰ ਦੀ ਕਿਰਿਆ ਹੈ? ਉੱਤਰ ਹੈ ਸੈਕੰਡਰੀ ਖੇਤਰ। ਦੂਸਰਾ, ਗੰਨੇ ਦੀ ਖੇਤੀ ਉੱਤੇ ਨਿਰਮਾਣ ਖੇਤਰ ਦਾ ਕਿਹੜਾ ਉਦਯੋਗ ਆਧਾਰਿਤ ਹੈ? ਖੰਡ ਉਦਯੋਗ, ਸ਼ੂਗਰ ਇੰਡਸਟਰੀ। ਪ੍ਰਸ਼ਨ ਨੰਬਰ 3, ਕਾਗਜ਼ ਬਣਾਉਣ ਦਾ ਉਦਯੋਗ ਕਿਹੜੀ ਮੌਲਿਕ ਕਿਰਿਆ ਉੱਤੇ ਆਧਾਰਿਤ ਹੈ? ਉੱਤਰ ਹੈ ਲੱਕੜੀ ਦੀ ਲੁਗਦੀ ਤੋਂ ਕਾਗਜ਼ ਬਣਾਉਣ ਦੀ। ਪ੍ਰਸ਼ਨ ਨੰਬਰ 4, ਕਿਸੇ ਉਦਯੋਗ ਦੇ ਸਥਾਨੀਕਰਨ ਉੱਤੇ ਕਿਹੋ ਜਿਹੇ ਕਾਰਕ ਅਸਰ ਪਾਉਂਦੇ ਨੇ? ਬੇਟਾ ਜੀ, ਦੋ ਕਾਰਕ ਨੇ, ਭੂਗੋਲਿਕ ਕਾਰਕ ਜਿਨ੍ਹਾਂ ਵਿੱਚ ਕੱਚਾ ਮਾਲ, ਊਰਜਾ, ਮਜ਼ਦੂਰ ਆਦਿ। ਦੂਸਰਾ, ਗੈਰ ਭੂਗੋਲਿਕ ਕਾਰਕ ਜਿਵੇਂ ਕਿ ਪੂੰਜੀ, ਸਰਕਾਰੀ ਨੀਤੀਆਂ ਆਦਿ। ਪ੍ਰਸ਼ਨ 5, ਟਿਸਕੋ ਦਾ ਪੂਰਾ ਨਾਮ ਕੀ ਹੈ? ਟੀ ਤੋਂ ਟਾਟਾ, ਆਈ ਤੋਂ ਆਇਰਨ, ਐਸ ਤੋਂ ਸਟੀਲ, ਸੀਓ ਤੋਂ ਕੰਪਨੀ। ਤਾਂ ਪੂਰਾ ਨਾਮ ਕੀ ਬਣ ਗਿਆ ਜੀ? ਟਾਟਾ ਆਇਰਨ ਐਂਡ ਸਟੀਲ ਕੰਪਨੀ ਲਿਮਿਟਿਡ। 6ਵਾਂ, ਢਾਕਾ ਵਿੱਚ ਬਣਦਾ ਕਿਹੜੀ ਕਿਸਮ ਦਾ ਕੱਪੜਾ ਬਹੁਤ ਪ੍ਰਸਿੱਧ ਰਿਹਾ ਹੈ? ਉੱਤਰ ਢਾਕਾ ਦੀ ਮਲਮਲ ਦਾ ਕੱਪੜਾ। 7ਵਾਂ, ਗੰਨੇ ਤੋਂ ਖੰਡ ਤੋਂ ਇਲਾਵਾ ਕੀ ਕੀ ਬਣਾਇਆ ਜਾ ਸਕਦਾ ਹੈ? ਗੰਨੇ ਤੋਂ ਬਣੀਆਂ ਹੋਰ ਵਸਤਾਂ ਗੁੜ, ਸ਼ੱਕਰ, ਸੀਰਾ, ਕਾਗਜ਼, ਖਾਦ, ਮੋਮਾਦ। 8ਵਾਂ ਪ੍ਰਸ਼ਨ, ਬਠਿੰਡਾ ਸਥਿਤ ਤੇਲ ਸੋਧਕ ਕਾਰਖਾਨੇ ਦਾ ਪੂਰਾ ਨਾਮ ਕੀ ਹੈ? ਉੱਤਰ ਸ਼੍ਰੀ ਗੁਰੂ ਗੋਬਿੰਦ ਸਿੰਘ ਰਿਫਾਈਨਰੀ। 9ਵਾਂ ਪ੍ਰਸ਼ਨ, ਆਰਥਿਕਤਾ ਦੇ ਚੌਥੇ ਪੱਧਰ ਉੱਤੇ ਕਿਸ ਕਿਸਮ ਦੇ ਉਦਯੋਗ ਆਉਂਦੇ ਹਨ? ਉੱਤਰ ਚੌਥੇ ਪੱਧਰ ਦੇ ਉਦਯੋਗਾਂ ਵਿੱਚ ਪਹਿਲਾ ਵਿਦਵਾਨ, ਚਿੰਤਕ, ਬੁੱਧੀਜੀਵੀ। 10ਵਾਂ, ਮੀਡੀਆ ਸੇਵਾਵਾਂ ਆਰਥਿਕਤਾ ਦੇ ਕਿਹੜੇ ਪੱਧਰ ਦੀਆਂ ਕਿਰਿਆਵਾਂ ਹਨ? 5ਵੇਂ ਪੱਧਰ ਦੀਆਂ। 11ਵਾਂ, CAGR ਦਾ ਪੂਰਾ ਨਾਮ ਕੀ ਹੈ? What is the full form of CAGR? C compound, A annual, G growth, R rate। ਇੱਕ ਹੋਰ ਵੀ ਫੁੱਲ ਫਾਰਮ ਬਣਦੀ ਹੈ ਕੰਪਾਊਂਡ ਐਡਵਾਂਸ ਗਰੋਥ ਰੇਟ। 12ਵਾਂ, ਹਰਾ ਕਾਲਰ ਕਾਮੇ ਕਿਹੜੇ ਖੇਤਰ ਵਿੱਚ ਕਾਰਜਸ਼ੀਲ ਵਿਅਕਤੀਆਂ ਨੂੰ ਆਖਦੇ ਹਨ? ਹਰਾ ਕਾਲਰ ਕਾਮੇ ਵਾਤਾਵਰਣ ਵਿਗਿਆਨਿਕ, ਸਲਾਹਕਾਰ। ਤੀਸਰਾ, ਸੂਰਜੀ ਊਰਜਾ ਕਾਰਜ ਨਾਲ ਜੁੜੇ ਕਾਮੇ। ਅਗਲਾ ਪ੍ਰਸ਼ਨ, ਕਾਮਕਾਜੀ ਔਰਤਾਂ ਦੀਆਂ ਕਿੱਤਾ ਮੁਖੀ ਕਿਰਿਆਵਾਂ ਕਿਹੜੇ ਰੰਗ ਦੇ ਕਾਲਰ ਨਾਲ ਸੰਬੰਧਿਤ ਹੁੰਦੀਆਂ ਹਨ? ਉੱਤਰ ਹੈ ਜੀ ਕਾਮਕਾਜੀ ਔਰਤਾਂ ਗੁਲਾਬੀ ਕਾਲਰ ਕਾਮੇ। ਐਗਰੀ ਨਿਰਯਾਤ ਜ਼ੋਨ ਅਧੀਨ ਪੰਜਾਬ ਤੋਂ ਕੀ ਬਰਾਮਦ, ਜਿਹਨੂੰ ਅਸੀਂ ਨਿਰਯਾਤ ਇੰਗਲਿਸ਼ ਵਿੱਚ ਐਕਸਪੋਰਟ ਕਹਿ ਸਕਦੇ ਹਾਂ, ਕੀਤਾ ਜਾ ਸਕੇਗਾ? ਉੱਤਰ ਹੈ ਪੰਜਾਬ ਤੋਂ ਬਰਾਮਦ ਵਸਤਾਂ ਸਬਜ਼ੀਆਂ, ਆਲੂ, ਚਾਵਲ ਆਦਿ। ਅਗਲਾ ਪ੍ਰਸ਼ਨ, ਭਾਰਤ ਦਾ ਮਾਨਚੈਸਟਰ ਕਿਹੜੇ ਸ਼ਹਿਰ ਨੂੰ ਕਿਹਾ ਜਾਂਦਾ ਹੈ? ਉੱਤਰ ਹੈ ਭਾਰਤ ਦਾ ਮਾਨਚੈਸਟਰ ਅਹਿਮਦਾਬਾਦ ਗੁਜਰਾਤ ਦਾ ਇੱਕ ਰਾਜ ਹੈ। ਪ੍ਰਸ਼ਨ ਨੰਬਰ 2, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 3-4 ਵਾਕਾਂ ਵਿੱਚ ਦਿਓ। ਪਹਿਲਾ ਪ੍ਰਸ਼ਨ, ਮਜ਼ਦੂਰਾਂ ਦੀ ਗਿਣਤੀ ਦੇ ਆਧਾਰ ਤੇ ਉਦਯੋਗ। ਪਹਿਲਾ ਹੈ, ਮਜ਼ਦੂਰਾਂ ਦੀ ਗਿਣਤੀ ਦੇ ਆਧਾਰ ਤੇ ਉਦਯੋਗਾਂ ਦੀ ਵੰਡ ਕਰੋ ਤੇ ਵਿਸ਼ੇਸ਼ਤਾਵਾਂ ਦੱਸੋ। ਮਜ਼ਦੂਰਾਂ ਦੀ ਗਿਣਤੀ ਦੇ ਆਧਾਰ ਤੇ ਉਦਯੋਗਾਂ ਦੀ ਵੰਡ। ਪਹਿਲਾ ਹੈ ਵੱਡੇ ਪੈਮਾਨੇ ਦੇ ਉਦਯੋਗ, ਜਿੱਥੇ ਮਜ਼ਦੂਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੋਵੇ, ਉਦਾਹਰਣ ਸੂਤੀ ਕਪੜਾ ਉਦਯੋਗ, ਪਟਸਨ। ਦੂਸਰਾ ਹੈ ਦਰਮਿਆਨੇ ਪੈਮਾਨੇ ਦੇ ਉਦਯੋਗ, ਜਿੱਥੇ ਮਜ਼ਦੂਰਾਂ ਦੀ ਗਿਣਤੀ ਨਾ ਜ਼ਿਆਦਾ ਅਤੇ ਨਾ ਹੀ ਘੱਟ ਹੋਵੇ, ਉਦਾਹਰਣ ਸਾਈਕਲ ਉਦਯੋਗ, ਬਿਜਲੀ ਯੰਤਰ ਉਦਯੋਗ। ਤੀਸਰਾ ਹੈ ਛੋਟੇ ਪੈਮਾਨੇ ਦੇ ਉਦਯੋਗ, ਜਿੱਥੇ ਨਿੱਜੀ ਪੱਧਰ ਦੇ ਜਾਂ ਬਹੁਤ ਥੋੜੇ ਮਜ਼ਦੂਰਾਂ ਦੀ ਜ਼ਰੂਰਤ ਹੋਵੇ। ਪ੍ਰਸ਼ਨ 2, ਪੇਂਡੂ ਉਦਯੋਗ ਤੇ ਘਰੋਗੀ ਉਦਯੋਗ ਵਿੱਚ ਅੰਤਰ ਸਪਸ਼ਟ ਕਰੋ। ਉੱਤਰ ਪੇਂਡੂ ਉਦਯੋਗ, ਜਿਹਨੂੰ ਆਪਾਂ ਵਿਲੇਜ ਇੰਡਸਟਰੀ ਕਹਿੰਦੇ ਬੇਟਾ ਜੀ। ਪਹਿਲਾ, ਇਹ ਉਦਯੋਗ ਪਿੰਡਾਂ ਵਿੱਚ ਸਥਿਤ ਹੁੰਦੇ ਹਨ। ਦੂਸਰਾ, ਇਹ ਪਿੰਡ ਦੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨ। ਤੀਸਰਾ, ਜਿਵੇਂ ਆਟਾ ਚੱਕੀ, ਕੋਲੂ, ਰੂਪਿੰਜਾਈ, ਖੇਤੀਬਾੜੀ, ਸੰਦ ਆਦਿ। ਘਰੋਗੀ ਉਦਯੋਗ, ਕਾਟੇਜ ਇੰਡਸਟਰੀ, ਉਹ ਉਦਯੋਗ ਜਿਨ੍ਹਾਂ ਵਿੱਚ ਸ਼ਿਲਪਕਾਰ ਆਪਣੇ ਘਰ ਵਿੱਚ ਹੀ ਲੱਕੜ, ਬਾਂਸ, ਪਿੱਤਲ ਜਾਂ ਪੱਥਰਾਂ ਨੂੰ ਤਰਾਸ਼ ਕੇ ਸਮਾਨ ਬਣਾਉਂਦੇ ਹਨ, ਉਦਾਹਰਣ ਖਾਦੀ, ਜਿਸ ਨੂੰ ਹੈਂਡਲੂਮ ਬੋਲਦੇ ਹਾਂ, ਹੱਥਕਰਘਾ, ਚਮੜੇ ਦੇ ਸਮਾਨ ਦਾ ਉਦਯੋਗ ਆਦਿ। ਪੂੰਜੀ ਪ੍ਰਦਾਨ ਤੇ ਮਜ਼ਦੂਰ ਪ੍ਰਦਾਨ ਉਦਯੋਗਾਂ ਵਿੱਚ ਅੰਤਰ ਸਪਸ਼ਟ ਕਰੋ। ਬੇਟਾ ਜੀ, ਇਸ ਪ੍ਰਸ਼ਨ ਨੂੰ ਦੋ ਹਿੱਸਿਆਂ ਵਿੱਚ ਕਰ ਲਿਆ। ਇੱਕ ਪਾਸੇ ਪੂੰਜੀ ਪ੍ਰਦਾਨ, ਦੂਜੇ ਪਾਸੇ ਮਜ਼ਦੂਰ ਪ੍ਰਦਾਨ।
ਜਿਨ੍ਹਾਂ ਉਦਯੋਗਾਂ ਦੇ ਵਿੱਚ ਬਹੁਤ ਜ਼ਿਆਦਾ ਪੈਸੇ ਦੇ ਨਿਵੇਸ਼ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਅਸੀਂ ਪੂੰਜੀ ਪ੍ਰਧਾਨ ਉਦਯੋਗ ਕਹਿੰਦੇ ਹਾਂ। ਜਿਨ੍ਹਾਂ ਉਦਯੋਗਾਂ ਦੇ ਵਿੱਚ ਜ਼ਿਆਦਾ ਮਜ਼ਦੂਰਾਂ ਦੀ ਜ਼ਰੂਰਤ ਪੈਂਦੀ ਹੈ ਉਹਨਾਂ ਨੂੰ ਅਸੀਂ ਮਜ਼ਦੂਰ ਪ੍ਰਧਾਨ ਉਦਯੋਗ ਕਹਿੰਦੇ ਹਾਂ। ਦੂਜਾ ਉਦਾਹਰਣ ਲੋਹ ਅਤੇ ਇਸਪਾਤ ਉਦਯੋਗ, ਦੂਜਾ ਐਲੂਮੀਨੀਅਮ ਇੰਡਸਟਰੀ, ਦੂਜੇ ਪਾਸੇ ਜੁੱਤੀ ਉਦਯੋਗ, ਬੀੜੀ ਉਦਯੋਗ ਆਦਿ। ਅਗਲਾ ਪ੍ਰਸ਼ਨ ਹੈ ਚੌਥਾ, ਆਵਾਜਾਈ ਉਦਯੋਗਾਂ ਦੇ ਸਥਾਨੀਕਰਨ ਦੇ ਕਾਰਕਾਂ ਵਜੋਂ ਕਿਵੇਂ ਅਸਰ ਪਾਉਂਦੀਆਂ ਹਨ? ਉੱਤਰ, ਕੱਚੇ ਮਾਲ ਨੂੰ ਉਦਯੋਗਾਂ ਤੱਕ ਪਹੁੰਚਾਉਣ, ਤਿਆਰ ਮਾਲ ਨੂੰ ਬਾਜ਼ਾਰ ਤੱਕ ਪਹੁੰਚਾਉਣ ਦੇ ਲਈ ਵਧੀਆ ਸੜਕਾਂ, ਰੇਲ ਮਾਰਗਾਂ, ਜਲ ਮਾਰਗਾਂ ਅਤੇ ਸਮੁੰਦਰੀ ਮਾਰਗਾਂ ਦੀ ਜ਼ਰੂਰਤ ਹੁੰਦੀ ਹੈ। ਬੰਦਰਗਾਹਾਂ ਦੇ ਕਾਰਨ ਹੀ ਮੁੰਬਈ ਤੇ ਚੇਨਈ ਅਤੇ ਕੋਲਕਾਤਾ ਸ਼ਹਿਰ ਦੇ ਆਲੇ ਦੁਆਲੇ ਕਾਫੀ ਉਦਯੋਗ ਵਿਕਸਿਤ ਹੋ ਸਕੇ ਹਨ। ਪੰਜਾਬ ਵਿੱਚ ਲੁਧਿਆਣਾ ਦੇ ਨੇੜੇ ਪੈਂਦੇ ਰੇਲਵੇ ਸਟੇਸ਼ਨ ਢੰਡਾਰੀ ਕਲਾਂ ਨੂੰ ਖੁਸ਼ਕ ਬੰਦਰਗਾਹ ਦਾ ਨਾਮ ਦਿੱਤਾ ਹੈ। ਭਦਰਾਵਤੀ ਦੇ ਲੋਹ ਇਸਪਾਤ ਕਾਰਖਾਨੇ ਤੋਂ ਜਾਣੂ ਕਰਵਾਓ। ਉੱਤਰ, 18 ਜਨਵਰੀ 1923 ਨੂੰ ਮੈਸੂਰ ਆਇਰਨ ਵਰਕਸ ਕਾਰਖਾਨਾ ਭਦਰਾਵਤੀ ਜੋ ਕਿ ਕਰਨਾਟਕ ਵਿੱਚ ਹੈ ਵਿੱਚ ਸ਼ੁਰੂ ਹੋਇਆ। ਬਾਅਦ ਵਿੱਚ ਭਾਰਤ ਦੇ ਮਸ਼ਹੂਰ ਇੰਜੀਨੀਅਰ ਭਾਰਤ ਰਤਨ ਸ਼੍ਰੀ ਐਮ ਵਿਸ਼ਵੇਸ਼ਵਰਈਆ ਦੇ ਨਾਮ ਕਾਰਨ ਇਸ ਦਾ ਨਾਮ ਵਿਸ਼ਵੇਸ਼ਵਰਈਆ ਆਇਰਨ ਐਂਡ ਸਟੀਲ ਪਲਾਂਟ ਰੱਖ ਦਿੱਤਾ ਗਿਆ। ਇਹ ਪਲਾਂਟ ਸੇਲ ਸਟੀਲ ਅਥਾਰਟੀ ਆਫ ਇੰਡੀਆ ਦੇ ਅਧੀਨ ਹੈ। ਭਾਰਤ ਵਿੱਚ ਸੂਤੀ ਕੱਪੜੇ ਦੇ ਉਤਪਾਦਨ ਸੰਬੰਧੀ ਇਤਿਹਾਸ ਬਾਰੇ ਜਾਣੂ ਕਰਵਾਓ। ਉੱਤਰ, ਭਾਰਤ ਵਿੱਚ ਸੂਤੀ ਕੱਪੜੇ ਅਤੇ ਇਸ ਦੇ ਸੂਤ ਦਾ ਇਤਿਹਾਸ ਸਿੰਧ ਘਾਟੀ ਦੀ ਸਭਿਅਤਾ ਤੋਂ ਸ਼ੁਰੂ ਹੋਇਆ ਮੰਨਿਆ ਜਾਂਦਾ ਹੈ। 1500 ਈਸਵੀ ਪੂਰਵ ਤੋਂ 1500 ਈਸਵੀ ਤੱਕ ਲਗਭਗ 3000 ਸਾਲ ਤੱਕ ਭਾਰਤ ਦਾ ਵਿਸ਼ਵ ਭਰ ਵਿੱਚ ਏਕਾਧਿਕਾਰ ਸੀ। ਢਾਕੇ ਦੀ ਮਲਮਲ, ਮਸੂਲੀਪਟਮ ਦੀ ਚਿੰਟੋਜ਼, ਕਾਲੀਕਟ ਦੀ ਕੈਲੀਕੋਜ਼, ਕੈਂਬੇ ਵਿੱਚ ਬਣੇ ਬਫਦਾ ਕੱਪੜੇ ਸੰਸਾਰ ਭਰ ਵਿੱਚ ਪ੍ਰਸਿੱਧ ਹਨ। ਭਾਰਤ ਵਿੱਚ ਪਹਿਲੀ ਸੂਤੀ ਕੱਪੜੇ ਦੀ ਮਿਲ 1818 ਵਿੱਚ ਕੋਲਕਾਤਾ ਵਿੱਚ ਲਗਾਈ ਜੋ ਨਾਕਾਮਯਾਬ ਰਹੀ। ਪਹਿਲੀ ਸਫਲ ਕੱਪੜਾ ਮਿਲ 1854 ਵਿੱਚ ਮੁੰਬਈ ਵਿੱਚ ਲਗਾਈ ਗਈ। ਦੇਸ਼ ਦੀ ਵੰਡ ਵੇਲੇ ਲੰਮੇ ਰੇਸ਼ੇ ਦੀ ਕਪਾਹ ਵਾਲੇ ਖੇਤਰ ਪਾਕਿਸਤਾਨ ਵਿੱਚ ਚਲੇ ਗਏ। ਅਗਲਾ ਪੁਆਇੰਟ, ਸੂਤੀ ਕੱਪੜੇ ਦੇ ਕਾਰਖਾਨੇ ਭਾਰਤ ਦੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਰਹਿ ਗਏ। ਸੂਤੀ ਕੱਪੜਾ ਮਿਲਾਂ ਨੂੰ ਕਿਹੜੇ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ? ਉੱਤਰ, ਸੂਤੀ ਕੱਪੜਾ ਮਿਲਾਂ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਕਤਾਈ ਮਿਲਾਂ ਸਪਿਨਿੰਗ ਮਿਲਸ, ਬੁਨਾਈ ਮਿਲਾਂ ਵੀਵਿੰਗ ਮਿਲਸ, ਧਾਗਾ ਤੇ ਕਪੜਾ ਥ੍ਰੈਡਸ ਐਂਡ ਕਾਟਨ ਮਿਲਸ। ਕਤਾਈ ਮਿਲਾਂ ਨੂੰ 2 ਭਾਗਾਂ ਵਿੱਚ ਵੰਡਦੇ ਹਾਂ। ਹੱਥ ਖੱਡੀ ਹੈਂਡਲੂਮ ਜੋ ਕਿ 12.3% ਹਿੱਸਾ ਹੈ ਜਿਨ੍ਹਾਂ ਦਾ। ਦੂਸਰਾ, ਬਿਜਲੀ ਨਾਲ ਚੱਲਣ ਵਾਲੀਆਂ ਕਤਾਈ ਮਸ਼ੀਨਾਂ ਪਾਵਰ ਲੂਮਸ 84.4% ਹਿੱਸਾ ਹੈ ਜਿਨ੍ਹਾਂ ਦਾ। ਖੰਡ ਉਦਯੋਗ ਵਿੱਚ ਹਰਿਆਣਾ ਦੇ ਉਦਯੋਗ ਤੋਂ ਜਾਣੂ ਕਰਵਾਓ। ਉੱਤਰ, ਹਰਿਆਣਾ ਵਿੱਚ 15 ਦੇ ਕਰੀਬ ਖੰਡ ਮਿਲਾਂ ਹਨ ਜੋ ਦੇਸ਼ ਦੀ ਕੁੱਲ ਚੀਨੀ ਦਾ 1.87% ਹਿੱਸਾ ਉਤਪੰਨ ਕਰਦੀਆਂ ਨੇ। ਮਿਲਾਂ ਰੋਹਤਕ, ਪਲਵਲ, ਕੈਥਲ, ਜਿੰਦ, ਅੰਬਾਲਾ, ਪਾਨੀਪਤ, ਗੁਹਾਨਾ, ਸੋਨੀਪਤ, ਯਮੁਨਾਨਗਰ, ਸ਼ਾਹਬਾਦ, ਫਰੀਦਾਬਾਦ ਤੇ ਹਿਸਾਰ। ਮਨਜ਼ੂਰ ਮਾਲ ਭਾੜਾ ਗਲਿਆਰੇ ਨਾਲ ਜਾਣ ਪਛਾਣ ਕਰਵਾਓ। ਉੱਤਰ, ਪਹਿਲਾ ਪੁਆਇੰਟ, ਇਹ ਗਲਿਆਰਾ ਪੱਛਮੀ ਦਾਦਰੀ ਉੱਤਰ ਪ੍ਰਦੇਸ਼ ਤੋਂ ਜਵਾਹਰ ਨਹਿਰੂ ਬੰਦਰਗਾਹ ਮੁੰਬਈ ਤੱਕ 1468 ਕਿਲੋਮੀਟਰ ਦਾ ਖੇਤਰ ਸ਼ਾਮਿਲ ਹੈ। ਦੂਸਰਾ ਪੁਆਇੰਟ, ਇਸ ਤੋਂ ਇਲਾਵਾ ਪੂਰਬੀ ਗਲਿਆਰਾ ਲੁਧਿਆਣੇ ਤੋਂ ਪੱਛਮ ਬੰਗਾਲ ਤੱਕ ਲਗਭਗ 1760 ਕਿਲੋਮੀਟਰ ਖੇਤਰ ਸ਼ਾਮਿਲ ਹੈ। ਪ੍ਰਸ਼ਨ ਨੰਬਰ 10, ਦਿੱਲੀ ਮੁੰਬਈ ਸਨਅਤੀ ਗਲਿਆਰੇ ਬਾਰੇ ਕੁਝ ਵਾਕ ਲਿਖੋ। ਉੱਤਰ, ਇਹ ਗਲਿਆਰਾ 7 ਰਾਜਾਂ ਵਿੱਚ ਫੈਲਿਆ ਹੈ। ਇਹ ਗਲਿਆਰਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਲੈ ਕੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਤੱਕ ਫੈਲਿਆ ਹੈ। ਇਸ ਦੀ ਲੰਬਾਈ ਲਗਭਗ 1500 ਕਿਲੋਮੀਟਰ ਤੱਕ ਹੈ। ਇਸ ਨਾਲ ਜੁੜੇ ਖੇਤਰ 24 ਉਦਯੋਗੀ ਖੇਤਰ ਨੇ ਇੰਡਸਟਰੀਅਲ ਏਰੀਆਜ਼, 8 ਸਮਾਰਟ ਸ਼ਹਿਰ, 5 ਬਿਜਲੀ ਉਤਪਾਦਨ ਕੇਂਦਰ ਤੇ 2 ਹਵਾਈ ਅੱਡੇ ਅਤੇ ਬਿਹਤਰੀਨ ਆਵਾਜਾਈ ਪ੍ਰਬੰਧ ਸ਼ਾਮਲ ਹਨ। ਪ੍ਰਸ਼ਨ ਨੰਬਰ 3, ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 10-12 ਵਾਕਾਂ ਵਿੱਚ ਦਿਓ। ਪਹਿਲਾ ਪ੍ਰਸ਼ਨ, ਕਿਸ ਉਦਯੋਗ ਦੇ ਸਥਾਨੀਕਰਨ ਦੇ ਲਈ ਕਿਹੜੇ ਗੈਰ ਭੂਗੋਲਿਕ ਕਾਰਕ ਕਾਰਜਸ਼ੀਲ ਹੁੰਦੇ ਹਨ? ਉਦਯੋਗਾਂ ਦੇ ਸਥਾਨੀਕਰਨ ਦੇ ਗੈਰ ਭੂਗੋਲਿਕ ਕਾਰਕ। ਪਹਿਲਾ ਹੈ ਪੂੰਜੀ। ਪੂੰਜੀ ਕਿਸੇ ਵੀ ਉਦਯੋਗ ਲਗਾਉਣ ਅਤੇ ਚਲਾਉਣ ਲਈ ਬਹੁਤ ਜ਼ਰੂਰੀ ਹੈ। ਦੂਸਰਾ, ਸਰਕਾਰੀ ਨੀਤੀਆਂ। ਵਧੀਆ ਸਰਕਾਰੀ ਨੀਤੀਆਂ ਉਦਯੋਗਾਂ ਨੂੰ ਵਿਕਸਿਤ ਕਰਨ ਵਿੱਚ ਸਹਾਇਕ। ਤੀਸਰਾ, ਬੈਂਕ ਦੀ ਸਹੂਲਤ। ਉਦਯੋਗ ਲਗਾਉਣ ਅਤੇ ਇਸ ਦੇ ਪ੍ਰਬੰਧਨ ਦੇ ਲਈ ਕਾਫੀ ਧਨ ਰਾਸ਼ੀ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਇਸ ਉਦਯੋਗ ਦੇ ਲਈ ਬੈਂਕ ਦੀਆਂ ਸਹੂਲਤਾਂ ਦਾ ਹੋਣਾ ਜ਼ਰੂਰੀ ਹੈ। ਚੌਥਾ, ਕੁਸ਼ਲ ਸੰਗਠਨ। ਕੁਸ਼ਲ ਸੰਗਠਨ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਮਾੜੇ ਪ੍ਰਬੰਧਨ ਕਾਰਨ ਬਹੁਤ ਵਾਰੀ ਕਾਮਯਾਬ ਉਦਯੋਗ ਵੀ ਬਰਬਾਦ ਹੋ ਜਾਂਦੇ ਹਨ। ਅਗਲਾ ਪ੍ਰਸ਼ਨ, ਭਾਰਤ ਵਿੱਚ
ਲੋਹੇ ਅਤੇ ਇਸਪਾਤ ਉਦਯੋਗ ਦੀ ਸ਼ੁਰੂਆਤ ਅਤੇ ਸਥਾਪਨਾ ਲਈ ਜ਼ਰੂਰੀ ਕਾਰਕਾਂ ਤੋਂ ਜਾਣੂ ਕਰਵਾਓ। ਲੋਹ ਅਤੇ ਇਸਪਾਤ ਦੀ ਸ਼ੁਰੂਆਤ, ਪਹਿਲਾ ਪੁਆਇੰਟ, ਇਸ ਉਦਯੋਗ ਦੀ ਸ਼ੁਰੂਆਤ 1874 ਈਸਵੀ ਵਿੱਚ ਹੋਈ। ਦੂਸਰਾ ਪੁਆਇੰਟ, ਜਦੋਂ ਬੰਗਾਲ ਆਇਰਨ ਵਰਕਸ ਨੂੰ ਪੱਛਮ ਬੰਗਾਲ ਦੇ ਅਸਨਸੋਲ ਦੇ ਨੇੜੇ ਕੁਲਟੀ ਵਿੱਚ ਲਗਾਇਆ ਗਿਆ ਜੋ ਸਫਲ ਨਹੀਂ ਹੋ ਸਕਿਆ। 1907 ਵਿੱਚ ਜਮਸ਼ੇਦਜੀ ਟਾਟਾ ਨੇ ਝਾਰਖੰਡ ਦੇ ਸਾਕਚੀ ਜਗ੍ਹਾ ਤੇ ਟਿਸਕੋ ਪਲਾਂਟ ਲਗਾਇਆ। ਜ਼ਰੂਰੀ ਕਾਰਕ, ਇਸ ਉਦਯੋਗ ਲਈ ਪਾਣੀ ਦੀ ਵੱਡੀ ਮਾਤਰਾ। ਦੂਸਰਾ ਪੁਆਇੰਟ, ਕੱਚੇ ਮਾਲ, ਲੋਹੇ ਅਤੇ ਕੋਇਲੇ ਦੀ ਨੇੜਤਾ। ਤੀਸਰਾ, ਆਵਾਜਾਈ ਅਤੇ ਢੋਆ ਢੁਆਈ ਲਈ ਸਾਧਨਾਂ ਦਾ ਹੋਣਾ। ਚੌਥਾ, ਸਸਤੇ ਮਜ਼ਦੂਰ। ਪੰਜਵਾਂ, ਪੂੰਜੀ, ਉਚਿਤ ਬਾਜ਼ਾਰ ਆਦਿ। ਭਾਰਤ ਵਿੱਚ ਸੂਤੀ ਕੱਪੜਾ ਉਦਯੋਗ ਨੂੰ ਦਰਪੇਸ਼ ਔਂਕੜਾਂ ਤੇ ਉਹਨਾਂ ਦੇ ਹਾਲ ਬਾਰੇ ਦੱਸੋ। ਸੂਤੀ ਕੱਪੜਾ ਉਦਯੋਗ ਦੀਆਂ ਔਂਕੜਾਂ। ਮੁਸ਼ਕਿਲਾਂ ਬੇਟਾ ਜੀ। ਪਹਿਲਾ, ਭਾਰਤ ਵਿੱਚ ਲੰਬੇ ਰੇਸ਼ੇ ਵਾਲੀ ਕਪਾਹ ਘੱਟ ਹੁੰਦੀ ਹੈ। ਦੂਸਰਾ, ਕਾਰਖਾਨੇ ਪੁਰਾਣੇ ਹੋਣ ਕਾਰਨ ਉਤਪਾਦਨ ਘੱਟ ਹੈ। ਤੀਸਰਾ, ਸੂਤੀ ਕੱਪੜੇ ਨੂੰ ਸਿੰਥੈਟਿਕ ਰੇਸ਼ੇ ਨਾਲ ਮੁਕਾਬਲਾ ਕਰਨਾ ਪੈ ਰਿਹਾ ਹੈ। ਚੌਥਾ, ਪੂੰਜੀ ਦੀ ਕਮੀ। ਪੰਜਵਾਂ, ਭਾਰਤ ਨੂੰ ਅੰਤਰਰਾਸ਼ਟਰੀ ਮੰਡੀ ਵਿੱਚ ਬੰਗਲਾਦੇਸ਼, ਚੀਨ ਤੇ ਇੰਗਲੈਂਡ ਨਾਲ ਮੁਕਾਬਲਾ ਕਰਨਾ ਪੈਂਦਾ ਹੈ। ਸੋਲੂਸ਼ਨਸ, ਪਹਿਲਾ ਜੀ, ਨਵੀਂ ਤਕਨੀਕ ਵਾਲੀ ਮਸ਼ੀਨਾਂ ਲਿਆਉਣ ਦੀ ਜ਼ਰੂਰਤ ਹੈ। ਦੂਸਰਾ, ਸਸਤੇ ਵਿਆਜ ਤੇ ਕਰਜ਼ੇ ਦੇਣ। ਤੀਸਰਾ, ਕੱਚੇ ਮਾਲ, ਬਿਜਲੀ ਤੇ ਮਜ਼ਦੂਰਾਂ ਦੀ ਲਗਾਤਾਰ ਪੂਰਤੀ ਹੋਣੀ ਚਾਹੀਦੀ ਹੈ। ਚੌਥਾ, ਤਿਆਰ ਮਾਲ ਦੀਆਂ ਕੀਮਤਾਂ ਘੱਟ ਰੱਖਣ ਦੇ ਲਈ ਉਤਪਾਦਨ ਵਧਾਇਆ ਜਾਣਾ ਚਾਹੀਦਾ ਹੈ। ਭਾਰਤ ਦੇ ਖੰਡ ਉਦਯੋਗ ਵਿੱਚ ਪੰਜਾਬ ਦਾ ਕੀ ਯੋਗਦਾਨ ਹੈ ਤੇ ਸਮੁੱਚੇ ਤੌਰ ਤੇ ਉਦਯੋਗਾਂ ਨੂੰ ਕੀ ਕੀ ਸਮੱਸਿਆ ਦਰਪੇਸ਼ ਹਨ। ਖੰਡ ਉਦਯੋਗ ਵਿੱਚ ਪੰਜਾਬ ਦਾ ਯੋਗਦਾਨ ਕੁੱਲ ਮਿਲਾ ਬੇਟਾ ਨੇ 17, ਚਾਲੂ 10 ਤੇ ਬੰਦ 7। ਚਾਲੂ ਮਿਲਾ ਅੰਡਰਲਾਈਨ ਕਰਾਂਗੇ। ਕਿਹੜੀਆਂ ਨੇ? ਅਜਨਾਲਾ, ਬਟਾਲਾ, ਭੋਗਪੁਰ, ਬੱਦੋਵਾਲ, ਫਜ਼ਿਲਕਾ, ਫਗਵਾੜਾ, ਗੁਰਦਾਸਪੁਰ, ਮੋਰਿੰਡਾ, ਨਕੋਦਰ ਤੇ ਨਵਾਂਸ਼ਹਿਰ। ਬੰਦ ਮਿਲਾਂ ਦੀ ਗੱਲ ਕਰਦੇ ਹਾਂ। ਬਡਾਲਾ, ਧੁਰੀ, ਫਰੀਦਕੋਟ, ਜਗਰਾਉਂ, ਰਖੜਾ ਜੋ ਕਿ ਪਟਿਆਲਾ ਵਿੱਚ ਹੈ, ਤਰਨ ਤਾਰਨ ਤੇ ਜ਼ੀਰਾ। ਸਮੱਸਿਆਵਾਂ, ਗੰਨੇ ਦੀ ਉਤਪਾਦਨ ਲਾਗਤ ਨਾਲੋਂ ਵਿਕਰੀ ਮੁੱਲ ਵਿੱਚ ਗਿਰਾਵਟ ਸਭ ਤੋਂ ਵੱਡੀ ਰੁਕਾਵਟ। ਦੂਸਰਾ, ਗੰਨਾ ਕੱਟਣ ਤੋਂ ਬਾਅਦ ਜਲਦੀ ਸੁੱਕਣ ਲੱਗਦਾ ਹੈ ਅਤੇ ਇਸ ਨੂੰ ਲੰਬਾ ਸਮਾਂ ਬਚਾ ਕੇ ਨਾ ਰੱਖ ਸਕਣਾ ਵੀ ਵੱਡੀ ਸਮੱਸਿਆ ਹੈ। ਮਿਲ ਮਾਲਕ ਕਿਸਾਨਾਂ ਨੂੰ ਸਮੇਂ ਸਿਰ ਅਦਾਇਗੀ ਨਹੀਂ ਕਰਦੇ, ਜਿਸ ਕਾਰਨ ਕਿਸਾਨ ਨਿਰਉਤਸਾਹਿਤ ਹੋ ਜਾਂਦੇ ਹਨ। ਚੌਥਾ, ਆਵਾਜਾਈ ਦੀ ਲਾਗਤ ਵਧਣ ਨਾਲ ਵੀ ਗੰਨੇ ਦੀ ਫਸਲ ਵਿੱਚ ਸਮੱਸਿਆਵਾਂ ਆਉਂਦੀਆਂ ਨੇ। ਪੰਜਵਾਂ, ਕੋਹਰੇ ਕਾਰਨ ਵੀ ਭਾਰਤ ਦੀ ਗੰਨਾ ਫਸਲ ਖਰਾਬ ਹੋ ਜਾਂਦੀ ਹੈ। ਭਾਰਤ ਦੇ ਸਨਅਤੀ ਗਲਿਆਰੇ ਤੋਂ ਜਾਣੂ ਕਰਵਾਓ ਤੇ ਕਿਸੇ ਇੱਕ ਗਲਿਆਰੇ ਤੇ ਨੋਟ ਲਿਖੋ। ਸਨਅਤੀ ਗਲਿਆਰੇ ਤੋਂ ਭਾਵ ਉਹ ਭੂਗੋਲਿਕ ਖੇਤਰ ਹੈ ਜਿਸ ਵਿੱਚ ਉਦਯੋਗਾਂ ਦੇ ਵਿਕਾਸ ਲਈ ਹਰ ਸੰਭਵ ਬੁਨਿਆਦੀ ਢਾਂਚੇ ਮੁਹੱਈਆ ਕਰਵਾਏ ਜਾਂਦੇ ਹਨ, ਜਿਸ ਨਾਲ ਉਦਯੋਗਾਂ ਨੂੰ ਕਾਫੀ ਉਤਸ਼ਾਹ ਮਿਲਦਾ ਹੈ ਤੇ ਮੁੱਢਲੀਆਂ ਲੋੜਾਂ ਇੱਕ ਥਾਂ ਹੀ ਪ੍ਰਾਪਤ ਹੋ ਜਾਂਦੀਆਂ ਹਨ। ਉਦਾਹਰਨ ਦੇ ਲਈ ਬੰਦਰਗਾਹਾਂ, ਰਾਸ਼ਟਰੀ ਰਾਜਮਾਰਗ ਤੇ ਰੇਲ ਪ੍ਰਬੰਧਨ ਵਿਕਸਿਤ ਕਰਨਾ ਆਦਿ। ਐਗਜ਼ਾਮਪਲ ਹੈ ਬੇਟਾ ਜੀ, ਦਿੱਲੀ ਮੁੰਬਈ ਸਨਅਤੀ ਗਲਿਆਰਾ। ਇਹ ਗਲਿਆਰਾ ਦੇਸ਼ ਦੇ ਕੁੱਲ 7 ਰਾਜਾਂ ਵਿੱਚ ਫੈਲਿਆ ਹੈ। ਕਿਹੜੇ 7 ਰਾਜ ਨੇ ਬੇਟਾ ਜੀ? ਮਹਾਰਾਸ਼ਟਰ, ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼। ਬੇਟਾ ਨਕਸ਼ਾ ਵੀ ਬਣਾਉਣਾ ਹੈ। ਇਹ ਹੈ ਆਪਣਾ ਮੁੰਬਈ ਜੋ ਮਹਾਰਾਸ਼ਟਰ ਹੈ, ਜਵਾਹਰ ਲਾਲ ਰਾਸ਼ਟਰੀ ਬੰਦਰਗਾਹ ਨਾਲ ਜੁੜਿਆ ਹੋਇਆ ਹੈ। ਗੁਜਰਾਤ, ਮੱਧ ਪ੍ਰਦੇਸ਼, ਰਾਜਸਥਾਨ ਤੋਂ ਹੁੰਦਾ ਹੋਇਆ ਹਰਿਆਣਾ ਔਰ ਦਿੱਲੀ ਪਹੁੰਚਦਾ ਹੈ ਜੀ। ਜਿਹੜੀ ਲਾਲ ਰੰਗ ਨਾਲ ਦਿਖਾਈ ਹੈ ਲਾਈਨ ਉਹ ਹੈ ਜੀ DMI, ਦਿੱਲੀ ਮੁੰਬਈ ਇੰਡਸਟਰੀਅਲ ਕੋਰੀਡੋਰ। ਦੂਸਰਾ ਹੈ ਨੀਲੀ ਹੈ ਜੀ, ਦਿੱਲੀ ਮੁੰਬਈ ਪੈਸੇਂਜਰ ਰੇਲ ਲਿੰਕ ਹੈ ਜੀ। ਇਹ ਗਲਿਆਰਾ ਦੇਸ਼ ਦੀ ਰਾਜਧਾਨੀ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੇ 1500 ਕਿਲੋਮੀਟਰ ਲੰਬੇ ਮਾਰਗ ਨੂੰ ਮਿਲਾਉਂਦਾ ਹੈ। ਇਸ ਵਿੱਚ 24 ਉਦਯੋਗਿਕ ਖੇਤਰ, 8 ਸਮਾਰਟ ਸ਼ਹਿਰ, 2 ਹਵਾਈ ਅੱਡੇ, 5 ਬਿਜਲੀ ਉਤਪਾਦਕ ਕੇਂਦਰ ਅਤੇ ਬਿਹਤਰੀਨ ਆਵਾਜਾਈ ਪ੍ਰਬੰਧ ਸ਼ਾਮਿਲ ਹਨ। ਭਾਰਤ ਸਰਕਾਰ ਦੇ ਮੇਕ ਇਨ ਇੰਡੀਆ ਪ੍ਰੋਗਰਾਮ ਤੋਂ ਜਾਣੂ ਕਰਵਾਓ। ਭਾਰਤ ਨੂੰ ਨਿਰਮਾਣ ਉਦਯੋਗ ਨੂੰ ਤਾਕਤਵਰ ਬਣਾਉਣ ਅਤੇ ਖੋਜ ਤੇ ਸਥਾਪਨਾ ਦੇ ਖੇਤਰਾਂ ਵਿੱਚ ਦੇਸ਼ ਨੂੰ ਸੰਸਾਰ ਪੱਧਰ ਤੱਕ ਲਿਆਉਣ ਲਈ ਭਾਰਤ ਸਰਕਾਰ ਨੇ ਮੇਕ ਇਨ ਇੰਡੀਆ ਯੋਜਨਾ ਦੀ ਸ਼ੁਰੂਆਤ ਕੀਤੀ ਹੈ। ਇਹ ਯੋਜਨਾ ਦੇ ਮੁੱਖ 4 ਥੰਮ ਹਨ: ਨਵੀਂ ਪ੍ਰਕਿਰਿਆ, ਨਵਾਂ ਬੁਨਿਆਦੀ ਢਾਂਚਾ, ਨਵੇਂ ਵਿਕਾਸ ਖੇਤਰ, ਨਵੀਂ ਸੋਚ। ਬੁਨਿਆਦੀ ਢਾਂਚਾ ਤੇ ਸੇਵਾ ਖੇਤਰ ਨੂੰ ਵੀ ਇਸ ਯੋਜਨਾ ਦੇ ਅਧੀਨ ਲਿਆਂਦਾ ਗਿਆ ਹੈ। ਸਰਕਾਰ ਨੇ ਇੱਕ ਲੈਬ ਪੋਰਟਲ ਦੀ ਯੋਜਨਾ ਸੰਬੰਧੀ ਜਾਗਰੂਕਤਾ ਤੇ ਜਾਣਕਾਰੀ ਹਿੱਤ ਸ਼ੁਰੂ ਕੀਤਾ ਹੈ। ਇਸ ਪੋਰਟਲ ਵਿੱਚ ਉਹਨਾਂ 25 ਖੇਤਰਾਂ ਦੀ ਜਾਣਕਾਰੀ ਹੈ ਜੋ ਇਸ ਮੇਕ ਇਨ ਇੰਡੀਆ ਯੋਜਨਾ ਦੇ ਅਧੀਨ ਆਉਂਦੇ ਹਨ। ਇਸ ਵਿੱਚ ਕੌਮੀ ਸਨਅਤੀ ਗਲਿਆਰੇ ਤੇ ਦਿੱਲੀ ਮੁੰਬਈ ਸਨਅਤੀ ਗਲਿਆਰੇ ਸ਼ਾਮਲ ਹਨ। ਇਹਨਾਂ 25 ਖੇਤਰਾਂ ਵਿੱਚ ਆਟੋਮੋਬਾਈਲ ਕਲਪੁਰਜੇ, ਹਵਾਬਾਜ਼ੀ, ਬਾਇਓਟੈਕਨੋਲੋਜੀ, ਰਸਾਇਣ, ਸੁਰੱਖਿਅਤ ਨਿਰਮਾਣ, ਬਿਜਲਾਈ ਮਸ਼ੀਨਾਂ, ਇਲੈਕਟ੍ਰੋਨਿਕ ਸਿਸਟਮ, ਫੂਡ ਪ੍ਰੋਸੈਸਿੰਗ, ਸੂਚਨਾ ਤਕਨੀਕੀ ਤੇ ਕਾਰੋਬਾਰ ਮੈਨੇਜਮੈਂਟ, ਚਮੜਾ, ਮੀਡੀਆ ਤੇ ਮਨੋਰੰਜਨ, ਖਨਨ, ਤੇਲ ਅਤੇ ਗੈਸ, ਦਵਾਈਆਂ, ਬੰਦਰਗਾਹਾਂ ਤੇ ਸਮੁੰਦਰੀ ਜਹਾਜ਼ਰਾਨੀ,
ਰੇਲਵੇ, ਨਵਿਆਣਯੋਗ ਊਰਜਾ, ਸੜਕਾਂ ਤੇ ਰਾਜਮਾਰਗ, ਪੁਲਾੜ ਤੇ ਖਗੋਲ ਵਿਗਿਆਨ, ਕਪੜਾ ਤੇ ਬਸਤਰ, ਤਾਪ ਬਿਜਲਈ ਊਰਜਾ, ਟੂਰਿਜ਼ਮ ਅਤੇ ਮਹਿਮਾਨ ਨਵਾਜੀ, ਸਿਹਤ ਆਦਿ। ਅਗਲਾ ਪ੍ਰਸ਼ਨ ਹੈ, ਭਾਰਤ ਦੇ ਪੈਟਰੋਕੈਮੀਕਲ ਉਦਯੋਗ ਉੱਤੇ ਇੱਕ ਨੋਟ ਲਿਖੋ। ਭਾਰਤ ਦਾ ਪੈਟਰੋਕੈਮੀਕਲ ਉਦਯੋਗ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਉਦਯੋਗਾਂ ਵਿੱਚੋਂ ਸਿਰਮੌਰ ਹੈ, ਕਿਉਂਕਿ ਇਹ ਉਦਯੋਗ ਕਪੜਾ, ਖੇਤੀਬਾੜੀ, ਨਿਰਮਾਣ ਅਤੇ ਦਵਾਈਆਂ ਦੇ ਉਦਯੋਗਾਂ ਨੂੰ ਸਹਾਇਤਾ ਮੁਹੱਈਆ ਕਰਵਾਉਂਦਾ ਹੈ। ਦੇਸ਼ ਵਿੱਚ ਇਸ ਉਦਯੋਗਿਕ ਵਿਕਾਸ ਕਾਰਨ ਆਰਥਿਕਤਾ ਨੂੰ ਕਾਫੀ ਹੁਲਾਰਾ ਮਿਲਦਾ ਹੈ। ਭਾਰਤ ਵਿੱਚ ਮੁੱਖ ਰੂਪ ਵਿੱਚ 4 ਵੱਡੀਆਂ ਕੰਪਨੀਆਂ ਹਨ ਜੋ ਪੈਟਰੋਕੈਮੀਕਲ ਕੰਪਨੀਆਂ ਦੀ ਪੂਰੀ ਮਾਰਕੀਟ ਉੱਪਰ ਕੰਟਰੋਲ ਕਰਦੀਆਂ ਹਨ। ਪਹਿਲੀ ਹੈ ਰਿਲਾਇੰਸ ਇੰਡਸਟਰੀ ਲਿਮਿਟਿਡ, ਇੰਡੀਅਨ ਪੈਟਰੋਕੈਮੀਕਲ, ਗੈਸ ਅਥਾਰਟੀ ਆਫ ਇੰਡੀਆ ਲਿਮਿਟਿਡ, ਹਲਦੀਆ ਪੈਟਰੋਕੈਮੀਕਲ। ਭਾਰਤ ਵਿੱਚ ਹਰ ਰੋਜ਼ ਵਰਤੇ ਜਾਂਦੇ ਖਣਿਜ ਤੇਲ ਦਾ 70% ਭਾਗ ਬਾਹਰੋਂ ਆਯਾਤ ਕੀਤਾ ਜਾਂਦਾ ਹੈ। ਅਸੀਂ ਆਪਣੀ ਲੋੜ ਦਾ ਸਿਰਫ 30% ਹਿੱਸਾ ਹੀ ਆਪਣੇ ਸਾਧਨਾਂ ਤੋਂ ਪੈਦਾ ਕਰਦੇ ਹਾਂ। ਬਾਕੀ ਦਾ ਤੇਲ ਈਰਾਨ, ਸਾਊਦੀ ਅਰਬ ਤੇ ਹੋਰ ਖਾੜੀ ਦੇਸ਼ਾਂ ਤੋਂ ਆਯਾਤ ਕੀਤਾ ਜਾਂਦਾ ਹੈ। ਪੈਟਰੋਕੈਮੀਕਲ ਉਦਯੋਗ ਦੇ ਮੁੱਖ ਰੂਪ ਵਿੱਚ ਧਰਤੀ ਹੇਠਾਂ ਕੱਚਾ ਤੇਲ ਕੱਢਣਾ, ਤੇਲ ਰਿਫਾਈਨ ਕਰਨਾ। ਪਿਆਰੇ ਵਿਦਿਆਰਥੀਓ, ਇਹ ਸੀ 1 ਨੰਬਰ ਦੇ, 2 ਨੰਬਰ ਦੇ ਅਤੇ 4 ਨੰਬਰ ਦੇ ਪ੍ਰਸ਼ਨਾਂ ਦੇ ਉੱਤਰ। ਮੇਰੇ ਇਸ ਚੈਨਲ ਨੂੰ ਇਸੇ ਤਰ੍ਹਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਦੇ ਰਹੋ। ਥੈਂਕ ਯੂ।